लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। गुरु जी का खालसा वाहिगुरु जी की फतेह। अंग है 481। ਹੁਣ तक 21 शब्द कबीर साहब जी ਦੇ ਸੰਪੂਰਨ ਹੋਏ ਨੇ। ਆਸਾ ਪਹਿਲਾਂ ਪੂਤ ਪਛੈਰੀ ਮਾਈ, ਗੁਰ ਲਾਗੋ ਚੇਲੇ ਕੀ ਪਾਈ। ਹਾਂਜੀ। आसा पहला पूत पिछैरी माई, पहला पूत पिछैरी माई, गुर लागो चेले की पाई, गुर लागो चेले की पाई। एक अचंपो सुनो तुम पाई, एक अचंबो सुनो तुम पाई। देखत सिंह चरावत गाई, देवत सिंह चरावत गाई। रहाओ रहाओ। आसा पहला पूत पिछैरी माई, गुर लागो चेले की पाई। एक अचंबो सुनो तुम भाई, देखत सिंह चरावत गाई। रहाओ। कबीर साहब ने दृष्टांत दे के संकेतात्मक शब्दां नूं यूज करके मन की अंदरली बदली हुई हालत नूं कबीर साहब बयान करते हैं कि वेख के बड़ी हैरानी हुई कि ये जीव है तो उस परमात्मा की अंश सी, ਨਿਰਭਉ ਸੀ, ਨਿਰਵੈਰ ਹੋਣਾ ਚਾਹੀਦਾ ਸੀ। ਵੇਖੋ ਇਹ ਇੰਦਰੀਆਂ ਦਾ ਗੁਲਾਮ ਹੋ ਗਿਆ। ਕਹਿੰਦੇ ਇਹ ਜੀਵ ਆਤਮਾ ਜਿਹੜੀ ਸਾਡੀ ਹੈ, ਕਹੋ ਕਬੀਰ ਹਮ ਰਾਮ ਕੀ ਅੰਸ਼ ਹੈ, ਤੇ ਅਸੀਂ ਉਹਦੀ ਅੰਸ਼ ਸਾਂ, ਪਰ ਇਹ ਮਨ ਦੇ ਅਧੀਨ ਹੋ ਕੇ ਇਹਨਾਂ ਇੰਦਰੀਆਂ ਦਾ ਗੁਲਾਮ ਹੋ ਗਿਆ। ਕਹਿੰਦੇ ਅੰਦਰਲੀ ਹਾਲਤ ਵੇਖੋ ਕੀ ਬਣ ਗਈ ਇਹਦੀ। ਪਹਿਲਾ ਪੂਤ ਪਛੈਰੀ ਮਾਈ। ਕਹਿੰਦੇ ਪਹਿਲਾਂ, ਸਭ ਤੋਂ ਪਹਿਲਾਂ ਜਦੋਂ ਇਹ ਸੰਸਾਰ ਤੇ ਆਇਆ, ਇਹ ਪਵਿੱਤਰ ਸੀ। ਇੱਥੇ ਪੂਤ ਦਾ ਅਰਥ ਪਵਿੱਤਰ ਹੈ। ਪਿਛੈਰੀ ਮਾਈ, ਪਿੱਛੋਂ ਇਹਨੂੰ ਮਾਇਆ ਚਿੰਬੜ ਗਈ। ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਾਇਆ ਨੇ ਆਪਣਾ ਕੰਮ ਕਰਨਾ ਸ਼ੁਰੂ ਕੀਤਾ। ਜਿਉਂ ਜਿਉਂ ਮਾਇਆ ਵਿੱਚ ਰਵਰੇਜ ਹੁੰਦਾ ਗਿਆ, ਤਿਉਂ ਤਿਉਂ ਮੈਲਾ ਹੁੰਦਾ ਗਿਆ। ਗੁਰ ਲਾਗੋ ਚੇਲੇ ਕੀ ਪਾਈ। ਕਹਿੰਦੇ ਜੀਵ ਆਤਮਾ ਗਿਆਨਵਾਨ ਸੀ, ਪਰ ਇਹਨੇ ਆਪਣਾ ਚੇਲਾ ਮਨ ਨੂੰ ਬਣਾ ਲਿਆ ਤੇ ਭਾਵ ਉਹਦੇ ਅਧੀਨ ਹੋ ਗਿਆ। ਕਹਿੰਦੇ ਉਹਦੀ ਚਰਨੀ ਜਾ ਲੱਗਾ ਤੇ ਜਿਉਂ ਮਨ ਕਹਿੰਦਾ, ਮਨ ਦੇ ਪਿੱਛੇ ਤੁਰ ਪਈ ਜੀਵ ਆਤਮਾ। ਤੇ ਆਪਾਂ ਕਹਿੰਦੇ ਨਾ ਕਿ ਮੇਰਾ ਮਨ, ਮੇਰੀ ਆਤਮਾ, ਇਹ ਸਾਡੇ ਅੰਦਰ ਬੜਾ ਕੁਝ ਹੈ। ਮੈਂ ਵੱਖਰਾ, ਸਰੀਰ ਵੱਖਰਾ ਹੈ, ਆਤਮਾ ਵੱਖਰੀ, ਮਨ ਵੱਖਰਾ ਹੈ। ਇਸ ਕਰਕੇ ਮਨ ਦੇ ਅਧੀਨ ਹੋ ਤੁਰਿਆ। ਕਹਿੰਦੇ ਦੇਖੋ ਉਲਟ ਹੋ ਗਿਆ। ਜਦ ਕਿ ਮਨ ਨੂੰ ਤੁਰਨਾ ਚਾਹੀਦਾ ਸੀ ਜੀਵ ਆਤਮਾ ਦੇ ਪਿੱਛੇ, ਆਤਮਾ ਪਰਮਾਤਮਾ ਇੱਕੋ ਜਾਣਾ ਹੈ, ਪਰ ਉਲਟ ਹੋ ਗਿਆ ਕੰਮ। ਕਹਿੰਦੇ एक अचंबो सुनो तुम भाई। कबीर साहब कहते भाई एक होर हैरानी वाली गल वेखो अंदर वापरी। देखत सिंह चरावत गाई। जिहड़ा कि निरभउ निरवैर शेर की तरह सी, कहते हुण ज्ञान रूपी इंद्रियां गाइयां नूं चारदा पिया। कदे वेखिया कि गावां नूं चारदा होवे सिंह शेर? कहते उल्ट हो गया सारा कुछ ही। ये तो सगों उन्हां दी रखवाली करन लग पिया। ये इंद्रियां दी, ज्ञान इंद्रियां जो कुछ मंगदियां ने, कहते उन्हां दी पूर्ति पिछे, उन्हां दे पिछे पिछे तुरिया फिरदा है। उल्ट हो गया। है तो शेर सी, है तो निरभउ सी, पर इन्हां ज्ञान इंद्रियां गऊआं दे पिछे कहते वेखो हुण घुमदा फिरदा है। हाँ जी। जल की मछली तरवर ब्याई, जल की मछली तरवर ब्याई,
देखत कुतरा ले गई बिलाई। ਹੈ ਤੇ ਇਹ ਪਾਣੀ ਦੀ ਮੱਛੀ ਸੀ। ਉਦਾਹਰਨਾਂ ਬਹੁਤ ਵਧੀਆ ਦਿੰਦੇ ਨੇ ਕਬੀਰ ਸਾਹਿਬ, ਜਿਸ ਤਰ੍ਹਾਂ ਪਾਣੀ ਤੋਂ ਬਿਨਾ ਮੱਛੀ ਦਾ ਜੀਵਨ ਨਹੀਂ, ਪਰ ਇਹ ਤੇ ਸੰਸਾਰ ਰੂਪੀ ਦਰਖਤ ਤੇ ਚੜ ਗਈ। ਕਹਿੰਦੇ ਜੀਵਾਤਮਾ ਨਾਮ ਰੂਪੀ ਜਲ ਵਿੱਚ ਭਿੱਜੀ ਹੋਣੀ ਚਾਹੀਦੀ ਸੀ, ਪਰ ਉਲਟ ਹੋ ਗਿਆ ਕੰਮ। ਕਹਿੰਦੇ ਮੱਛੀ ਦਾ ਦਰਖਤ ਤੇ ਚੜ ਜਾਣਾ ਇੱਕ ਅਚੰਭੇ ਵਾਲੀ ਗੱਲ ਹੈ ਨਾ। ਕਹਿੰਦੇ ਉਲਟ ਹੋ ਗਿਆ ਸਾਰਾ ਕੁਝ ਹੀ। ਦੇਖਤ ਸਿੰਘ ਚਰਾਵਤ ਗਾਈ, ਜਲ ਕੀ ਮਛਲੀ ਤਰਵਰ ਬਿਆਈ, ਦੇਖਤ ਕੁਤਰਾ ਲੈ ਗਈ ਬੁਲਾਈ। ਕਹਿੰਦੇ ਵੇਖੋ ਇਹ ਤ੍ਰਿਸ਼ਨਾਵਾਂ ਦੀ ਬਿੱਲੀ ਅੰਦਰ ਬੜੀ ਡੂੰਘੀ ਗੱਲ ਕਹੀ ਕਬੀਰ ਸਾਹਿਬ ਨੇ ਕਿ ਤ੍ਰਿਸ਼ਨਾਵਾਂ ਦੀ ਬਿੱਲੀ ਇਹ ਸਾਡੇ ਸੰਤੋਖ ਰੂਪੀ ਕਿਹੜਾ ਕੇ ਅੰਦਰ ਬੜਾ ਛੋਟਾ ਸੀ, ਕਤੂਰੇ ਵਰਗਾ ਸੀ, ਕਹਿੰਦੇ ਚੁੱਕ ਕੇ ਲੈ ਗਈ ਉਹਨੂੰ। ਭਾਵ ਅੰਦਰ ਸੰਤੋਖ ਨੂੰ ਖਤਮ ਕਰ ਦਿੱਤਾ ਤ੍ਰਿਸ਼ਨਾਵਾਂ ਨੇ, ਸਾਡੇ ਮਨ ਅੰਦਰ ਸੰਤੋਖ ਨਾ ਰਹਿਣ ਦਿੱਤਾ। ਇੰਨੀਆਂ ਤ੍ਰਿਸ਼ਨਾਵਾਂ ਵੱਧ ਗਈਆਂ ਜੀਵ ਅੰਦਰ ਕਿ ਸੰਤੋਖ ਚੁੱਕਿਆ ਗਿਆ ਹੁਣ, ਤੇ ਸੰਤੋਖ ਤੋਂ ਬਿਨਾ ਰੱਜਿਆ ਨਹੀਂ ਜਾ ਸਕਦਾ। ਮੈਂ ਕਹਿੰਦੇ ਬਿਨ ਸੰਤੋਖ ਨਾ ਕੋਈ ਰੱਜ ਹੈ। ਇਸ ਕਰਕੇ ਮਨ ਦੀਆਂ ਤ੍ਰਿਸ਼ਨਾਵਾਂ ਇੰਨੀਆਂ ਵੱਧ ਗਈਆਂ ਕਿ ਉਸ ਪਰਮਾਤਮਾ ਨਾਲ ਹੌਲੀ ਹੌਲੀ ਜੀਵ ਟੁੱਟਦਾ ਗਿਆ। ਹਾਂਜੀ। तले रे बैसा ऊपर सूला, तले रे बैसा ऊपर सूला, इसके पेड़ लगे फल फूला, इसके पेड़ लगे प्रभ फूला। ਹੁਣ ਅਗਲੀ ਗੱਲ ਕਬੀਰ ਸਾਹਿਬ ਫਿਰ ਕਰਦੇ ਨੇ, ਤਲੇ ਰੇ ਬੈਸਾ ਉੱਪਰ ਸੂਲਾ। ਕਹਿੰਦੇ ਕਿ ਜੜਾਂ ਉੱਪਰ ਹੋ ਗਈਆਂ ਦਰਖਤ ਦੀਆਂ, ਟਾਹਣੀਆਂ ਥੱਲੇ ਨੇ, ਉਲਟ ਹੋ ਗਿਆ। ਭਾਵ ਜੋ ਜੜ ਸੀ ਪਰਮਾਤਮਾ ਦਾ ਨਾਮ ਉਹ ਤੇ ਪੁੱਟਤਾ ਇਹਨੇ। ਕਹਿੰਦੇ ਜੜ ਲਾਉਣ ਦੀ ਕੋਸ਼ਿਸ਼ ਕਰ ਰਿਹਾ ਮਾਇਆ ਦੀ, ਇਹ ਦੁਨੀਆ ਦੇ ਪਦਾਰਥਾਂ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਹੈ। ਤਿਸ ਕੈ ਪੇੜ ਲੱਗੇ ਫਲ ਫੂਲਾ। ਤੇ ਕਬੀਰ ਸਾਹਿਬ ਕਹਿੰਦੇ ਫਿਰ ਉਹਨਾਂ ਦੇ ਜੜਾਂ ਨੂੰ ਫਿਰ ਉਹੋ ਜਿਹੇ ਫਲ ਲੱਗਣਗੇ, ਕਿਉਂਕਿ ਜਿਹੜਾ ਦਰਖਤ ਪੁੱਟਿਆ ਜਾਵੇ ਫਿਰ ਉਹਨੂੰ ਕੀ ਲੱਗਣਾ, ਕੁਝ ਵੀ ਨਹੀਂ। ਕਹਿੰਦੇ ਇਸ ਕਰਕੇ ਉਹਨਾਂ ਨੂੰ ਉਹੋ ਜਿਹੇ ਫਿਰ ਫਲ ਲੱਗਣੇ ਸੀ। ਫਲ ਕੀ ਲੱਗਣਾ ਸੀ? ਭਾਵ ਕੁਝ ਵੀ ਨਾ ਮਿਲਿਆ ਇਸ ਸੰਸਾਰ ਵਿੱਚੋਂ, ਸੰਸਾਰ ਨਾਲ ਆਪਣੇ ਆਪ ਨੂੰ ਜੋੜਨ ਦੀ ਕੋਸ਼ਿਸ਼ ਕਰਦਾ ਰਿਹਾ। ਹਾਂਜੀ। कोरे चर पैस चरावन जाई, बाहर बैल गोन कर आई, ਇਹ ਅਗਿਆਨਤਾ ਰੂਪੀ ਮੋਟੀ ਬੁੱਧੀ ਕਹਿੰਦੇ ਵੇਖੋ ਸੁਰਤੀ ਤੇ ਚੜ ਕੇ ਤੁਰੀ ਫਿਰਦੀ। ਘੋੜਾ ਚਰ ਭੈਸ ਚਰਾਵਣ ਜਾਈ। ਕਹਿੰਦੇ ਵੇਖੋ ਵੀ ਮੱਝ ਘੋੜੇ ਤੇ ਚੜ ਕੇ ਜਾ ਰਹੀ ਹੈ, ਆਪਾਂ ਕੀ ਕਹਿ ਲਾਂਗੇ, ਇਹਨੂੰ ਮੰਨ ਲਾਂਗੇ। ਐਗਜ਼ਾਮਪਲ ਦਿੱਤੀ ਕਬੀਰ ਸਾਹਿਬ ਨੇ, ਕਹਿੰਦੇ ਉਲਟ ਜਿਹੜਾ ਮੋਟੀ ਬੁੱਧੀ ਵਾਲਾ ਬੰਦਾ, ਕਹਿਣ ਤੋਂ ਭਾਵ ਕਿਹੜਾ ਅਗਿਆਨਤਾ ਦੇ ਵੱਸ ਹੋਇਆ ਬੰਦਾ ਘੋੜੇ ਦੜਾਉਂਦਾ ਪਿਆ ਆਪਣੀ ਸੁਰਤੀ ਦੇ। ਬਾਹਰ ਬੈਲ ਗੋਨ ਕਰ ਆਈ, ਮਨ ਬਾਹਰ ਤੁਰਿਆ ਫਿਰਦਾ ਤੇ ਤ੍ਰਿਸ਼ਨਾਵਾਂ ਦੀ ਛੱਟ ਕਰੇ ਆ ਡਿੱਗੀ। ਭਾਵ ਅੰਦਰ ਤ੍ਰਿਸ਼ਨਾਵਾਂ ਸੁੱਟ ਗਿਆ ਲਿਆ ਕੇ। ਜਿਹੜਾ ਬੈਲ ਸੀ, ਮਨ ਸੀ, ਉਹ ਤੇ ਅੰਦਰ ਆਇਆ ਨਹੀਂ, ਉਹ ਤੇ ਕਦੇ ਘਰ 'ਚ ਨਹੀਂ ਆਇਆ ਸੁੱਖ ਨਾਲ, ਉਹ ਬਾਹਰ ਤੁਰਿਆ ਫਿਰਦਾ ਮਨ। ਹਾਂਜੀ। कहत कबीर जो इस पद बूझे, राम रमत तिस सब किछ सूझे, बाईस चौपदे तथा पंच पदे, कहत कबीर जो इस पद बूझै, राम रमत तिस सब किस सूझै। ਕਬੀਰ ਸਾਹਿਬ ਕਹਿੰਦੇ ਜਿਹੜੇ ਮੈਂ ਉੱਪਰ ਦੱਸ ਆਇਆ ਇਹ ਅਵਸਥਾ ਨੂੰ ਕਿ ਮਨ ਸਾਡਾ ਜੀਵ ਆਤਮਾ ਜਦੋਂ ਜਨਮ ਲਿਆ ਉਦੋਂ ਪਵਿੱਤਰ ਸੀ, ਪਰ ਹੌਲੀ ਹੌਲੀ ਇਹ ਮਨ ਨਾਲ ਪਿੱਛੇ ਲੱਗ ਕੇ ਤ੍ਰਿਸ਼ਨਾਵਾਂ ਨੂੰ ਪਾਲਦਾ ਰਿਹਾ ਤੇ ਸੰਸਾਰ ਨਾਲ ਇੰਨਾ ਜੁੜ ਬੈਠਾ ਕਿ ਆਪਣਾ ਜੜ੍ਹਾਂ ਪੱਟ ਬੈਠਾ ਤੇ ਆਪਣੇ ਤ੍ਰਿਸ਼ਨਾਵਾਂ ਦੇ ਘੋੜੇ, ਖਿਆਲਾਂ ਦੇ ਘੋੜੇ ਪਿਆ ਦੜਾਉਂਦਾ ਹੈ, ਪਰ ਅੰਦਰ ਗਿਆਨ ਨਹੀਂ ਹੈ। ਇਸ ਕਰਕੇ ਦੁੱਖ ਪਾਉਂਦਾ ਪਿਆ। ਕਬੀਰ ਸਾਹਿਬ ਕਹਿੰਦੇ ਜਿਹੜਾ ਇਸ ਪਦ ਨੂੰ, ਇਸ ਅਵਸਥਾ ਨੂੰ ਸਮਝ ਲਏਗਾ, ਜਾਣ ਲਏਗਾ। ਕਹਿਤ ਕਬੀਰ ਜੋ ਇਸ ਪਦ ਬੂਝੈ, ਰਾਮ ਰਮਤ ਤੇ ਸਭ ਕੁ ਸੂਝੈ। ਫਿਰ ਕੀ ਕਰਨਾ ਚਾਹੀਦਾ ਹੈ? ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ, ਸਿਮਰਨ ਕਰਨਾ ਕਰੋ
ਇਹ ਸਭ ਕੁਝ ਦੀ ਸੋਝੀ ਆ ਜਾਏਗੀ, ਸਮਝ ਲੱਗਣ ਲੱਗ ਜਾਏਗੀ ਕਿ ਮੈਂ ਦੁਖੀ ਕਿਉਂ ਹਾਂ, ਮੈਂ ਕੀ ਕਰਨ ਆਇਆ ਸੀ ਇੱਥੇ, ਮੇਰੇ ਦੁੱਖਾਂ ਦੇ ਕੀ ਕੀ ਕਾਰਨ ਨੇ, ਉਸ ਪਰਮਾਤਮਾ ਨੂੰ ਵਿਛੋੜੇ ਦੇ ਸਾਡੇ ਕੀ ਕਾਰਨ ਨੇ, ਇਹ ਵੀ ਪਤਾ ਲੱਗ ਜਾਏਗਾ। ਕਹਿੰਦੇ ਹੌਲੀ ਹੌਲੀ ਆਪਣੇ ਆਪ ਨੌਲੇਜ, ਜਿਹਨੂੰ ਅਸੀਂ ਸਹਿਜ ਗਿਆਨ ਕਹਿੰਦੇ ਹਾਂ। ਇੱਕ ਹੁੰਦਾ ਕਿਤਾਬਾਂ ਦਾ ਪੜ੍ਹਿਆ ਹੋਇਆ, ਇੱਕ ਹੁੰਦਾ ਸਹਿਜ ਗਿਆਨ। ਜਿਹੜਾ ਸਹਿਜ ਗਿਆਨ ਹੈ ਉਹ ਸਾਡੇ ਅੰਦਰ ਵਾਹਿਗੁਰੂ ਅਕਾਲ ਪੁਰਖ ਆਪ ਕਿਰਪਾ ਕਰਦਾ ਹੈ, ਗੁਰੂ ਬਖਸ਼ਿਸ਼ ਕਰਦਾ ਹੈ। ਅਤੇ ਮਹਾਰਾਜ ਕਹਿੰਦੇ ਸਹਿਜੇ ਸਹਿਜੇ ਤੈਨੂੰ ਸਾਰਾ ਕੁਝ ਆਪਣੇ ਆਪ ਹੀ ਸਮਝ ਆਉਣ ਲੱਗ ਜਾਏਗਾ ਕਿ ਮੈਂ ਕੌਣ ਹਾਂ। ਜਿਹਨੂੰ ਬੁੱਲਾ ਕਹਿੰਦੇ ਨਾ, ਬੁੱਲਾ ਕੀ ਜਾਣਾ ਮੈਂ ਕੌਣ। ਅਤੇ ਉਹਦਾ ਉੱਤਰ ਬਾਬਾ ਅਮਰਦਾਸ ਜੀ ਬਾਣੀ 'ਚ ਦਿੰਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਜਦੋਂ ਗੁਰੂ ਦੀ ਮੱਤ ਲੈ ਕੇ ਅਸੀਂ ਉਸ ਪਰਮਾਤਮਾ ਦੇ ਨਾਮ ਨਾਲ ਜੁੜਦੇ ਹਾਂ, ਵੀਰ ਸਾਹਿਬ ਕਹਿੰਦੇ ਸਾਰਾ ਕੁਝ ਸੋਝੀ ਆ ਜਾਏਗੀ, ਪਤਾ ਲੱਗਣ ਲੱਗ ਜਾਏਗਾ। ਤਾਂ ਹੁਣ ਤੱਕ ਜਿਹੜੇ ਜੋੜ ਕੀਤਾ ਉਹਦਾ, ਉਹਨੂੰ ਨਾਲ 5 9 22, ਇੱਥੇ ਮੈਂ ਕਹਿੰਦੇ 22 ਚੌਪਦੇ ਤਥਾ ਪੰਚਪਦੇ। ਹੁਣ ਤੱਕ ਇਹ ਸੰਪੂਰਨ ਹੋ ਗਈ। ਇਹਨੂੰ ਕਹਿੰਦੇ ਨੇ ਕੰਪਿਊਟਰਾਈਜ਼ ਫਾਈਲ ਕਰਨਾ। ਪੰਚਮ ਪਾਤਸ਼ਾਹ ਨੇ ਨਾਲ ਪੰਜਾਬੀ ਵਿੱਚ ਅੱਖਰਾਂ ਵਿੱਚ ਵੀ ਲਿਖ ਦਿੱਤਾ ਤਾਂ ਕਿ ਅੱਗੋਂ ਕੋਈ ਜੋੜ ਨਾ ਕਰ ਸਕੇ। ਹਾਂਜੀ। आसा श्री कबीर जियो के तिपदे 8। आसा श्री कबीर जियो के ते पदे 8। दुत के 7। दो तुके 7। एक तुका एक। एक तुका एक ओंकार। ओंकार। सतगुर प्रसाद। बिंद ते जिन पिंड किया। बिंद ते जिन पिंड किया। अगन कुंड रहाया। अगन कुंड रहाया। 10 मास माता उदर राखिया। बहुर लागी माया। प्राणी काहे को लोभ लागे। काहे को लोभ लागे। रतन जन्म खोया। पूरब जन्म कर्म पूमा। बीज नाही बोया। रहाओ। आसा श्री कबीर जियो के ते पदे 8। दो तुके 7। एक तुका एक। एक ओंकार सतगुर प्रसाद। ਕਬੀਰ ਸਾਹਿਬ ਨੇ ਅੱਗੋਂ ਵਿਸ਼ਾ ਬਦਲਿਆ। ਹੁਣ ਤੱਕ ਉਸ ਪਰਮਾਤਮਾ ਤੋਂ ਵਿਛੋੜੇ ਦੀ ਗੱਲ ਕਰਦੇ ਨੇ, ਅਤੇ ਹੁਣ ਮਹਾਰਾਜ ਨੇ ਗੱਲ ਸ਼ੁਰੂ ਕੀਤੀ ਕਬੀਰ ਸਾਹਿਬ ਨੇ ਕਿ ਉਸ ਪਰਮਾਤਮਾ ਦੀ ਸ਼ਰਨ ਵਿੱਚ ਗਿਆ ਹੀ ਅਸਲੀ ਸੁੱਖ ਪ੍ਰਾਪਤ ਹੈ। ਹੁਣ ਗੱਲ ਸ਼ਰਨ ਦੀ ਕਰਨਗੇ ਸਾਰੀ। ਬਿੰਦ ਤੇ ਜਿਨ ਪਿੰਡ ਕੀਆ। ਅਗਨ ਕੁੰਡ ਰਹਾਇਆ। 10 ਮਾਸ ਮਾਤਾ ਉਦਰ ਰਾਖਿਆ। ਬਹੁਰ ਲਾਗੀ ਮਾਇਆ। ਵੇਖੋ ਕਹਿੰਦੇ ਜੀਵ ਹੈ, ਜੀਵ ਤੈਨੂੰ ਪਿਤਾ ਦੇ ਬਿੰਦ ਤੋਂ ਮਾਤਾ ਦੇ ਉਦਰ ਵਿੱਚ ਪੇਟ ਵਿੱਚ ਅਗਨੀ ਕੁੰਡ ਕਹਿੰਦੇ ਨੇ, ਕਿਉਂਕਿ ਮਾਤਾ ਦੇ ਪੇਟ ਵਿੱਚ ਜਠਰ ਅਗਨੀ, ਤੇਰੀ ਉੱਥੇ ਵੀ ਉਹਨੂੰ ਰੱਖਿਆ ਕੀਤੀ। ਤੈਨੂੰ ਪਿੰਡ ਦਿੱਤਾ, ਸਰੀਰ ਦਿੱਤਾ, ਤੈਨੂੰ ਨਾਲ ਉਹਦੀ ਰੱਖਿਆ ਵੀ ਕੀਤੀ। 10 ਮਾਸ ਮਾਤਾ ਉਦਰ ਰਾਖਿਆ। 10 ਮਹੀਨੇ, 9 ਤੋਂ 10 ਮਹੀਨੇ ਦਾ ਪੀਰੀਅਡ ਜਿਹੜਾ ਹੈ ਉਹ ਮਾਤਾ ਦੇ ਪੇਟ ਵਿੱਚ ਤੁਰਿਆ। ਬਾਹਰ ਲਾਗੀ ਮਾਇਆ। ਪਰ ਜਦੋਂ ਬਾਹਰ ਆਇਆ ਤੇ ਮਾਇਆ ਲੱਗ ਗਈ, ਮਾਇਆ ਚਿੰਬੜ ਗਈ। ਇਸ ਮਾਇਆ ਵਿੱਚ ਲਬਰੇਜ ਹੋ ਗਿਆ। ਤੀਜੇ ਪਾਤਸ਼ਾਹ ਆਨੰਦ ਸਾਹਿਬ ਵਿੱਚ ਬਿਆਨ ਕਰਦੇ ਨੇ ਕਿ ਜੈਸੀ ਅਗਨ ਉਦਰਮੈ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਏਕੋ ਜਿਹੀ ਕਰਤੈ ਖੇਲ ਰਚਾਇਆ। ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛੁਡਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਨੇ ਆਪਣਾ ਪ੍ਰਭਾਵ ਐਂ ਪਾਇਆ ਭਾਈ। ਪ੍ਰਾਣੀ ਕਾਹੇ ਕੋ ਲੋਭ ਲਾਗੇ। ਰਤਨ ਜਨਮ ਖੋਇਆ। ਵੀਰ ਸਾਹਿਬ ਸੰਬੋਧਨ ਹੋ ਗਏ ਕਿ ਹੈ ਪ੍ਰਾਣੀ, ਐ ਜੀਵ, ਮਨੁੱਖਾ ਜਨਮ ਤੈਨੂੰ ਬੜਾ ਮਹਿੰਗਾ ਮਿਲਿਆ ਹੈ। ਇਹ ਰਤਨ ਹੈ, ਬੜਾ ਮਹਿੰਗਾ ਹੈ। ਕਹਿੰਦੇ ਲੋਭ ਵਿੱਚ ਪੈ ਕੇ ਤੂੰ ਆਪਣੇ ਇਸ ਮਨੁੱਖਾ ਜਨਮ ਨੂੰ ਵੀ ਗਵਾ ਬੈਠਾ।
ਪੂਰਬ ਜਨਮ ਕਰਮ ਭੂਮ ਬੀਜ ਨਾਹੀ ਬੋਇਆ। ਰਹਾਉ ਕਬੀਰ ਸਾਹਿਬ ਕਹਿੰਦੇ ਕਿ ਤੈਨੂੰ ਪਹਿਲਾਂ ਤੋਂ ਪਿਛਲੇ ਜਨਮਾਂ ਤੋਂ ਇਹ ਕਰਮਾਂ ਦੀ ਧਰਤੀ ਤੈਨੂੰ ਮਿਲਦੀ ਆ ਰਹੀ ਹੈ, ਪਰ ਇਸ ਧਰਤੀ ਵਿੱਚ ਤੂੰ ਨਾਮ ਦਾ ਬੀਜ ਨਹੀਂ ਬੋਇਆ ਕਦੇ। ਕਿਉਂਕਿ ਜੇ ਧਰਤੀ ਬੰਦੇ ਕੋਲ ਹੋਵੇ, ਜ਼ਮੀਨ ਤੇ ਹੈ, ਜਦ ਬੀਜ ਨਹੀਂ ਪਾਇਆ ਖਾਏਗਾ ਕੀ? ਮਾਰੇ ਕਹਿੰਦੇ ਹੁਣ ਵੱਤਾ ਹੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਅੱਗੇ ਕੀ ਖਾਏਗਾ? ਕਿਉਂਕਿ ਕਰਕੇ ਨਾ ਜੋ ਅਸੀਂ ਬੀਜਦੇ ਹਾਂ, ਜੋ ਅਸੀਂ ਕਰਮ ਕਰਦੇ ਹਾਂ, ਉਹ ਸਾਡੇ ਬੀਜ ਨੇ। ਜੋ ਬੀਜਿਆ ਉਹ ਵੱਢਣਾ ਵੀ ਪਏਗਾ। ਜੇ ਚੰਗੇ ਕਰਮ ਕੀਤੇ ਨੇ, ਬੀਜੇ ਨੇ, ਚੰਗੇ ਵੱਢਾਂਗੇ। ਜੇ ਮੰਦ ਕਰਮ ਬੀਜੇ ਨੇ ਤੇ ਮੰਡਾ। ਇਸ ਕਰਕੇ ਮੈਂ ਕਿਹਾ ਨਾਮ ਰੂਪੀ ਬੀਜ ਨਹੀਂ ਵਿੱਚ ਬੋਇਆ ਤੂੰ। ਇਹ ਮਨੁੱਖਾ ਜਨਮ ਲੈ ਕੇ ਵੀ ਲੋਭ ਲਾਲਚ ਵਿੱਚ ਰਹਿ ਕੇ ਆਪਣਾ ਬੜਾ ਮਹਿੰਗਾ ਜਨਮ ਸੀ ਜਿਹੜਾ ਉਹ ਗਵਾ ਬੈਠਾ ਤੂੰ। ਹਾਂਜੀ। ਬਾਰਿਕ ਤੇ ਬਿਰਦ ਪਿਆ, ਬਾਰਿਕ ਤੇ ਬਿਰਦ ਪਿਆ, ਹੋ ਨਾ ਸੋ ਹੋਇਆ, ਹੋ ਨਾ ਸੋ ਹੋਇਆ। ਜਾ ਜਮ ਆਏ ਚੋਟ ਪਕੜੈ, ਜਾਂ ਜਮ ਆਏ ਚੋਟ ਪਕੜੈ, ਤਬੈ ਕਾਹੇ ਰੋਇਆ, ਤਬੈ ਕਾਹੇ ਰੋਇਆ। ਬਾਰਿਕ ਤੇ ਬਿਰਦ ਭਇਆ, ਹੋਣਾ ਸੋ ਹੋਇਆ। ਕਹਿੰਦੇ ਬੱਚੇ ਤੋਂ ਲੈ ਕੇ ਬੁਢਾਪੇ ਤੱਕ ਚਲਾ ਗਿਆ ਵੀ ਚੱਲ ਕੱਲ ਤੋਂ ਸ਼ੁਰੂ ਕਰਾਂਗੇ, ਚੱਲ ਕੱਲ ਤੋਂ ਸ਼ੁਰੂ ਕਰਾਂਗੇ। ਕਹਿੰਦੇ ਇੰਜ ਕਰਦਿਆਂ ਰਾਵਣ ਆਪਣੀ ਗਾਥਾ ਵਿੱਚ ਲਿਖਦਾ ਮਰਨ ਲੱਗਿਆ ਕਿ ਕੱਲ ਨਾਮ ਕਾਲ ਦਾ ਜਿਹੜਾ ਕੰਮ ਅਸੀਂ ਕੱਲ ਤੇ ਛੱਡਤਾ ਨਾ, ਸਮਝ ਲਓ ਉਹ ਕਾਲ ਬਸ ਹੋ ਗਿਆ। ਕੀ ਪਤਾ ਕੱਲ ਨੂੰ ਤੂੰ ਰਹੇ ਜਾਂ ਨਾ ਰਹੇ। ਇਸ ਕਰਕੇ ਕਹਿੰਦੇ ਬੁਢਾਪੇ ਤੱਕ ਚਲਾ ਗਿਆ। ਹੋਣਾ ਸੋ ਹੋਇਆ, ਜੋ ਹੋਣਾ ਸੀ ਉਹ ਤੇ ਹੋ ਗਿਆ। ਭਾਵ ਸਮਾਂ ਜੋ ਲੰਘ ਗਿਆ, ਲੰਘਿਆ ਸਮਾਂ ਵਾਪਸ ਨਹੀਂ ਆਉਂਦਾ ਕਦੇ ਫਿਰ। ਜਾਂ ਜਮ ਆਏ ਝੋਟ ਪਕੜੈ, ਤਬੈ ਕਾਹੇ ਰੋਹਿਆ। ਕਹਿੰਦੇ ਜਦੋਂ ਮੌਤ ਨੇ ਆ ਕੇ ਬੋਦੀਆਂ ਤੋਂ ਫੜ ਲਿਆ, ਫਿਰ ਪੱਲੇ ਕੀ ਹੈ? ਫਿਰ ਰੋਣਾ ਹੀ ਹੈ ਪੱਲੇ, ਹੋਰ ਕੁਝ ਵੀ ਨਹੀਂ। ਕਿਉਂਕਿ ਜਦੋਂ ਮਨੁੱਖ ਸੰਸਾਰ ਤੋਂ ਜਾਂਦਾ ਹੈ, ਉਹਦਾ ਜਿਹੜਾ ਪਿਛਲਾ ਜੀਵਨ ਹੈ ਨਾ, ਉਹ ਉਹਦੇ ਸਾਹਮਣੇ ਹੁੰਦਾ ਹੈ ਕਿ ਮੈਂ ਹੁਣ ਤੱਕ ਕੀ ਕੀਤਾ। ਉਹਨੂੰ ਪਤਾ ਹੈ। ਸਾਨੂੰ ਆਪਣੇ ਜੀਵਨ ਬਾਰੇ ਪਤਾ ਹੁੰਦਾ ਹੈ, ਐਸੀ ਕੋਈ ਗੱਲ ਨਹੀਂ ਕਿ ਨਾ ਪਤਾ ਹੋਵੇ। ਅਸੀਂ ਜੋ ਚੰਗਾ ਕੀਤਾ ਜਾਂ ਮਾੜਾ ਕੀਤਾ ਹੈ। ਜਾਣਾ ਇਸ ਸੰਸਾਰ ਤੋਂ ਗੁਰਮੁਖ ਨੇ ਵੀ ਹੈ, ਜਾਣਾ ਮਨਮੁਖ ਨੇ ਵੀ ਹੈ। ਜਾਣਾ ਦੋਵਾਂ ਨਹੀਂ ਹੈ, ਰਹਿਣਾ ਕਿਸੇ ਨੇ ਵੀ ਨਹੀਂ, ਪਰ ਜਾਣ ਵਿੱਚ ਬੜਾ ਫਰਕ ਹੈ। ਗੁਰਮੁਖ ਜਦੋਂ ਇਸ ਸੰਸਾਰ ਤੋਂ ਜਾਂਦੇ ਨੇ, ਸ਼ੁਕਰਾਨੇ ਨਾਲ ਜਾਂਦੇ ਨੇ, ਤੇ ਮਨਮੁਖ ਜਦੋਂ ਇਸ ਸੰਸਾਰ ਤੋਂ ਜਾਂਦਾ ਹੈ, ਪਛਤਾਵੇ ਨਾਲ। ਉਹਦੀਆਂ ਅੱਖਾਂ 'ਚ ਹੰਝੂ ਹੁੰਦੇ ਨੇ, ਹੋਰ ਕੁਝ ਵੀ ਨਹੀਂ। ਉਹਦੇ ਕੋਲੇ ਪਛਤਾਵੇ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਹੁਣ ਮਾਰੇ ਕਹਿੰਦੇ ਤਬੈ ਕਾਹੇ ਰੋਹਿਆ। ਆਪਾਂ ਵੇਖਦੇ ਹਾਂ, ਐਗਜ਼ਾਮਪਲ ਦੇ ਦਿੰਦਾ ਮੈਂ ਛੋਟੀ ਜੀ, ਕਿ ਜਿਹੜੇ ਬੱਚੇ ਨੇ ਸਾਰਾ ਸਾਲ ਪੜ੍ਹੇ ਹੀ ਨਹੀਂ, ਕਿਤਾਬਾਂ ਹੀ ਨਹੀਂ ਚੱਕੀਆਂ, ਜਦੋਂ ਡੇਟ ਸ਼ੀਟ ਆਈ ਉਦੋਂ ਫਿਰ ਜ਼ੋਰ ਜਿਹਾ ਲਾਉਂਦਾ ਹੈ, ਪਰ ਜਦੋਂ ਰਿਜ਼ਲਟ ਵੇਖਦਾ ਹੈ ਫਿਰ ਅੱਖਾਂ 'ਚ ਘਸੁੰਨ ਦੇ ਕੇ ਤੁਰਿਆ ਆਉਂਦਾ ਕਿ ਮੈਂ ਸਾਰਾ ਸਾਲ ਤੇ ਪੜ੍ਹਿਆ ਨਹੀਂ, 15 ਦਿਨਾਂ 'ਚ ਕਿੱਥੋਂ ਪੜ੍ਹ ਲੇਗਾ। ਇਸ ਕਰਕੇ ਉਹ ਜੀਵਨ ਦੀ ਜਾਂਚ ਨੂੰ ਇਸ ਤਰ੍ਹਾਂ ਹੀ ਸਾਰਾ ਜ਼ਿੰਦਗੀ ਸਾਡੀ ਗਵਾ ਲੈਂਦੇ ਹਾਂ ਅਸੀਂ। ਤੇ ਜਦੋਂ ਇਹ ਅੰਗ ਸਾਡੇ ਜਵਾਬ ਦੇਣੇ ਸ਼ੁਰੂ ਕਰਦੇ ਨੇ ਕਿ ਤਬੈ ਧਰਮ ਕੀ ਆਸ ਕਰੇ, ਫਿਰ ਕਰਦਾ ਹੈ ਵੀ ਹੁਣ ਮੈਨੂੰ ਕੋਈ ਦੱਸ ਦੇਵੇ, ਹੁਣ ਮੈਨੂੰ ਕੋਈ ਪੁੱਛ ਲਵੇ। ਫਿਰ ਪੱਲੇ ਕੁਝ ਨਹੀਂ ਪੈਂਦਾ, ਕਿਉਂਕਿ ਨੈਣੋ ਨੀਰ ਬਹਿ ਤਨ ਖੀਣਾ, ਕੇਸ ਭਏ ਦੁਦਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਪ੍ਰਾਨੀ। ਕਹਿੰਦੇ ਫਿਰ ਇਹ ਪੱਲੇ ਪੈ ਜਾਂਦਾ ਹੈ, ਉਹਦੇ ਪੱਲੇ ਫਿਰ ਕੁਝ ਨਹੀਂ ਪੈਂਦਾ। ਹਾਂਜੀ। जीवनै की आस करहैं, जीवनै की आस करहैं, जम निहारै सासा, जम निहारै सासा। बाजी गरी संसार कबीरा, बाजी गरी संसार कबीरा, चेत टाल पासा, चेत टाल पासा। जीवनै की आस करें, जम निहारै सासा। ਵੇਖੋ ਕਬੀਰ ਸਾਹਿਬ ਕਹਿੰਦੇ ਅਜੇ ਵੀ ਜੀਵਨ ਦੀ ਆਸ ਰੱਖਦਾ ਹੈ ਕਿ ਮੈਨੂੰ ਫਲਾਣੇ ਦਾ ਵਿਆਹ ਵੇਖ ਜਾ, ਮੈਂ ਪੋਤੇ ਦਾ, ਆਪਣੇ ਪੜੋਤੇ ਦਾ ਦੇਖ ਜਾ, ਉਹਦਾ ਵੀ ਦੇਖ ਜਾ। ਅਜੇ ਵੀ ਆਸ ਰੱਖਦਾ ਹੈ, ਪਰ ਮੌਤ ਨਿਹਾਰਦੀ ਪਈ ਹੈ। ਮੌਤ ਵੇਖ ਰਹੀ ਹੈ ਕਦੋਂ ਵੀ ਝਪੱਟਾ ਵੱਜ ਸਕਦਾ ਮੌਤ ਦਾ। ਬਾਜੀ ਗਰੀ ਸੰਸਾਰ ਕਬੀਰਾ, ਚੇਤ ਢਾਲ ਪਾਸਾ।
ਫਿਰ ਕਬੀਰ ਸਾਹਿਬ ਨੇ ਆਪਣਾ ਫੈਸਲਾ ਦਿੱਤਾ ਕਿ ਇਹ ਕਬੀਰ, ਇਹ ਸੰਸਾਰ ਇੱਕ ਬਾਜੀਗਰੀ ਦੀ ਖੇਡ ਹੈ ਇੱਕ ਆਵਣ ਜਾਣ ਇੱਕ ਖੇਡ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਜਦੋਂ ਅਸੀਂ ਵੇਖ ਰਹੇ ਹਾਂ ਨਾ ਬਾਜੀਗਰੀ ਦੀ ਖੇਡ, ਭਾਵ ਪਿੰਡਾਂ 'ਚ ਪਹਿਲਾਂ ਬਾਜੀਗਰ ਦੀ ਸੂਲੀ ਦੀ ਬਾਜੀ ਵੀ ਪੈਂਦੀ ਸੀ, ਉੱਥੇ ਬੜਾ ਸੋਚ ਸਮਝ ਕੇ ਉਹ ਬਾਜੀ ਖੇਡੀ ਜਾਂਦੀ। ਇੱਕ ਚੌਪੜ ਦੀ ਖੇਡ ਹੈ, ਉਹਨੂੰ ਵੀ ਬਾਜੀਗਰੀ ਕਹਿੰਦੇ ਨੇ। ਜਦੋਂ ਉਹਨੂੰ ਵੀ ਖੇਡਿਆ ਜਾਂਦਾ ਤਾਂ ਸੋਚ ਸਮਝ ਕੇ ਵੀ ਕਿਹੜੀ ਨਰਦ ਕਿੱਥੋਂ ਚੁੱਕਣੀ ਤੇ ਕਿਹੜੀ ਕਰਨ ਨਾਲ ਕੀ ਹੋ ਜਾਏਗਾ। ਕਹਿੰਦੇ ਬਿਲਕੁਲ ਇਸੇ ਤਰ੍ਹਾਂ ਹੀ ਆਪਣੇ ਜੀਵਨ ਨੂੰ ਉਸ ਪਰਮਾਤਮਾ ਨੂੰ ਸਿਮਰਦਾ ਹੋਇਆ, ਚੇਤੇ ਕਰਦਾ ਹੋਇਆ, ਸੁਚੇਤ ਹੋ ਕੇ ਆਪਣੇ ਜੀਵਨ ਨੂੰ ਬਾਜੀ ਖੇਡ, ਤਾਂ ਤੂੰ ਇਹ ਬਾਜੀ ਜਿੱਤ ਕੇ ਜਾ ਸਕਦਾ ਹੈ, ਨਹੀਂ ਤੇ ਫਿਰ ਜ਼ਿੰਦਗੀ ਦੀ ਬਾਜੀ ਹਾਰ ਜਾਏਗਾ। ਵਾਹਿਗੁਰੂ। मेरे राम हम बारक हर प्रभ के हैं ए आणे, हम बारक हर प्रभ के हैं ए आणे।